प्यारे विद्यार्थियों, आप सबका स्वागत है अज दे अपने समाजिक विज्ञान के इस सैशन विच, जिस विच आपां 8वीं जमात दे पाठ नंबर 12 साडी समाजिक विज्ञान की पुस्तक विचों पेंडू जीवन अते समाज संबंधी होर जानने की कोशिश करांगे। विद्यार्थियों, आपां इस पाठ ਨੂੰ 4 ਭਾਗਾਂ ਵਿੱਚ ਵੰਡਿਆ ਹੈ ਤੇ ਇਸ ਦੇ ਪਹਿਲੇ ਭਾਗ ਬਾਰੇ ਆਪਾਂ ਇਸ ਤੋਂ ਪਹਿਲਾਂ ਵਾਲੇ ਸੈਸ਼ਨ ਵਿੱਚ ਜਾਣ ਚੁੱਕੇ ਹਾਂ ਕਿ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦੇ ਭੂਮੀ ਪ੍ਰਬੰਧ ਕਿਹੋ ਜਿਹੇ ਸੀ। ਉਸ ਵਿੱਚ ਆਪਾਂ ਨੇ ਇਜਾਰੇਦਾਰੀ ਪ੍ਰਬੰਧ ਅਤੇ ਸਥਾਈ ਬੰਦੋਬਸਤ ਪ੍ਰਬੰਧ ਸੰਬੰਧੀ ਵਿਸਥਾਰ ਨਾਲ ਪੜ੍ਹਿਆ ਸੀ ਤੇ ਅੱਜ ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਿ ਉਹਨਾਂ ਨੇ ਖੇਤੀ ਸੰਬੰਧੀ ਨੀਤੀਆਂ ਵਿੱਚ ਹੋਰ ਕੀ ਬਦਲਾਅ ਲਿਆਂਦੇ। ਦਰਅਸਲ ਬੱਚਿਓ, ਉਹਨਾਂ ਨੇ ਇਜਾਰੇਦਾਰੀ ਪ੍ਰਬੰਧ ਅਤੇ ਸਥਾਈ ਬੰਦੋਬਸਤ ਪ੍ਰਬੰਧ ਇਹ ਇੱਕੋ ਲੜੀ ਵਿੱਚ ਚੱਲ ਰਹੇ ਹਨ ਤੇ ਉਸ ਤੋਂ ਅਗਲਾ ਪ੍ਰਬੰਧ ਉਹਨਾਂ ਨੇ ਰਈਅਤਵਾੜੀ ਪ੍ਰਬੰਧ ਸਾਡੇ ਲਈ ਲਿਆਂਦਾ ਤੇ ਆਪਾਂ ਅੱਜ ਰਈਅਤਵਾੜੀ ਅਤੇ ਮਹਿਲਬਾੜੀ ਪ੍ਰਬੰਧਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਜਾਰੇਦਾਰੀ ਪ੍ਰਬੰਧ ਤੋਂ ਬਾਅਦ ਸਥਾਈ ਬੰਦੋਬਸਤ ਪ੍ਰਬੰਧ ਆਇਆ। ਉਸ ਤੋਂ ਬਾਅਦ ਜੋ ਇਹਨਾਂ 'ਚ ਘਾਟਾਂ ਸੀਗੀਆਂ ਰਈਅਤਵਾੜੀ ਪ੍ਰਬੰਧ ਵਿੱਚ ਉਹਨਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕੀਤੀ ਗਈ। ਸੋ ਅੱਜ ਆਪਾਂ ਸਭ ਤੋਂ ਪਹਿਲਾਂ ਰਈਅਤਵਾੜੀ ਪ੍ਰਬੰਧ ਸੰਬੰਧੀ ਜਾਣਾਂਗੇ। ਸਥਾਈ ਬੰਦੋਬਸਤ ਪ੍ਰਬੰਧ ਵਿੱਚ ਕੁਝ ਕਮੀਆਂ ਸੀਗੀਆਂ, ਉਹਨਾਂ ਨੂੰ ਦੂਰ ਕਰਨ ਲਈ 1820 ਈਸਵੀ ਵਿੱਚ ਇੱਕ ਅੰਗਰੇਜ਼ ਅਫਸਰ ਥਾਮਸ ਮੁਨਰੋ ਨੇ ਮਦਰਾਸ, ਜਿਸ ਨੂੰ ਕਿ ਅੱਜ ਕੱਲ੍ਹ ਚੇਨਈ ਵੀ ਕਿਹਾ ਜਾਂਦਾ ਹੈ, ਜੋ ਕਿ ਸਾਡੇ ਦੱਖਣ ਵਾਲੇ ਪਾਸੇ ਅਖੀਰ ਦੇ ਵਿੱਚ ਜਿਹੜਾ ਸਾਡਾ ਰਾਜ ਹੈ ਤਾਮਿਲਨਾਡੂ, ਉਸ ਦੀ ਰਾਜਧਾਨੀ ਵੀ ਹੈ, ਅਤੇ ਮੁੰਬਈ ਵਿੱਚ ਰਈਅਤਵਾੜੀ ਭੂਮੀ ਪ੍ਰਬੰਧ ਲਾਗੂ ਕੀਤਾ। ਇਸ ਪ੍ਰਬੰਧ ਦੇ ਅਨੁਸਾਰ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ। ਭਾਵ ਕਿ ਹੁਣ ਸਰਕਾਰ ਆਪ ਕਿਸਾਨਾਂ ਦੇ ਨਾਲ ਆਪਣਾ ਰਾਬਤਾ ਰੱਖੇਗੀ ਅਤੇ ਉਹਨਾਂ ਪਾਸੋਂ ਇਹ ਸਾਰਾ ਲਗਾਨ ਉਗਰਾਏਗੀ ਜੋ ਕਿ ਭੂਮੀ ਨਾਲ ਸੰਬੰਧਿਤ ਹੋਵੇਗਾ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ। ਪਹਿਲਾਂ ਜਿੱਥੇ ਜ਼ਮੀਂਦਾਰ ਮਾਲਕ ਸਨ, ਹੁਣ ਕਿਸਾਨਾਂ ਨੂੰ ਜ਼ਮੀਨਾਂ ਦੇ ਸਿੱਧੇ ਮਾਲਕ ਬਣਾ ਦਿੱਤਾ ਗਿਆ। ਇਸ ਪ੍ਰਬੰਧ ਅਨੁਸਾਰ ਭੂਮੀ ਲਗਾਨ ਦੀ ਰਕਮ ਹਰੇਕ 20 ਤੋਂ 30 ਸਾਲਾਂ ਪਿੱਛੋਂ ਵਧਾ ਦਿੱਤੀ ਜਾਣੀ ਸੀ। ਜਿੱਥੇ ਪਹਿਲੇ ਪ੍ਰਬੰਧਾਂ ਦੇ ਵਿੱਚ 5 ਸਾਲ ਲਈ ਭੂਮੀ ਲਗਾਨ 'ਤੇ ਦਿੱਤੀ ਜਾਂਦੀ ਸੀ ਜਾਂ 1 ਸਾਲ ਬਾਅਦ ਲਗਾਨ ਉਗਰਾਇਆ ਜਾਂਦਾ ਸੀ, ਹੁਣ ਇਸ ਰਈਅਤਵਾੜੀ ਪ੍ਰਬੰਧ ਵਿੱਚ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਕਿ ਲਗਾਨ ਦੀ ਰਕਮ ਹਰੇਕ 20 ਤੋਂ 30 ਸਾਲਾਂ ਪਿੱਛੋਂ ਵਧਾ ਦਿੱਤੀ ਜਾਣੀ ਹੈ। ਤੇ ਇਹ ਜਿੱਥੇ ਕਿਸਾਨਾਂ ਲਈ ਹੁਣ ਮਾਲਕ ਬਣਨ ਦਾ ਮੌਕਾ ਮਿਲਿਆ, ਉਸ ਦੇ ਨਾਲ ਨਾਲ ਰਈਅਤਵਾੜੀ ਪ੍ਰਬੰਧ ਦੇ ਕੁਝ ਦੋਸ਼ ਵੀ ਸਨ, ਕੁਝ ਖਾਮੀਆਂ ਵੀ ਸਨ ਤੇ ਆਓ ਆਪਾਂ ਉਹਨਾਂ ਦਾ ਅਧਿਐਨ ਕਰੀਏ। ਰਈਅਤਵਾੜੀ ਪ੍ਰਬੰਧ ਦੇ ਅਧੀਨ ਜ਼ਮੀਂਦਾਰਾਂ ਦੀ ਬਜਾਏ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਕਿਸਾਨਾਂ ਤੋਂ ਉਹਨਾਂ ਦੀ ਉਪਜ ਜਾਂ ਆਪਾਂ ਪੈਦਾਵਾਰ ਕਹਿ ਸਕਦੇ ਹਾਂ ਵੀ ਜੋ ਵੀ ਉਹ ਖੇਤਾਂ ਦੇ ਵਿੱਚ ਫਸਲਾਂ ਉਗਾਉਂਦੇ ਸਨ, ਉਹਨਾਂ ਨੂੰ ਉਪਜ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਉਪਜ ਦਾ ਕਾਫੀ ਹਿੱਸਾ ਲਗਾਨ ਦੇ ਰੂਪ ਵਿੱਚ ਲੈ ਲਿਆ ਜਾਂਦਾ ਸੀ। ਆਪਾਂ ਪਹਿਲਾਂ ਵੀ ਲਗਾਨ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਲਗਾਨ ਟੈਕਸ ਹੈ ਜਾਂ ਕਰ ਹੈ ਜੋ ਕਿਸਾਨਾਂ ਨੂੰ ਸਰਕਾਰ ਨੂੰ ਅਦਾ ਕਰਨਾ ਪੈਂਦਾ ਸੀ ਤੇ ਇਸ ਤਰ੍ਹਾਂ ਉਹਨਾਂ ਦੀ ਉਪਜ ਦਾ ਕਾਫੀ ਵੱਡਾ ਹਿੱਸਾ ਲਗਾਨ ਦੇ ਰੂਪ ਵਿੱਚ ਲੈ ਲਿਆ ਜਾਂਦਾ ਸੀ। ਕਈ ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਸੀ। हजूर हमारे माए बाप हैं, आप हमारी भलाई ना करेंगे तो और कौन करेगा। मगर ये सब तुम लोग समझते कहाँ हो, फिर भी इन सब में तू समझदार है। ले जरा अंगूठे का निशान तो लगा दे इस कागज पे।
इसमें क्या लिखा है हजूर? अरे कुछ नहीं, वही गोपीपुर में मेरी जमीन के साथ लगती हुई जो तेरी 2 बीघा जमीन है वो मुझे चाहिए। वही मैं मिल लगवा रहा हूं। ले अंगूठा लगा दे झट से। इसके बदले में जो मैंने कर्जा तुझे दिया है वो सब माफ कर दूंगा। मैं आपका सारा कर्जा चुका दूंगा, थोड़ी सी मोहलत दीजिए हजूर। मुझे गरजमंद समझकर कस रहा है। अच्छा ठीक है, कर्जे की माफी के अलावा कुछ रुपए और भी दे दूंगा। जमीन तो किसान की माँ है हजूर, माँ को बेच दूं? अबे रहने दे, जमीन पर मिल लग जाने से माँ बाप बन जाएगी। जमीन से तुझे क्या मिलता है? मिल में मजदूरी करके भर पेट खाएगा, आराम की नींद सोएगा। हजूर, पेड़ को मिट्टी से उखाड़ कर सोने में लगा दे तो क्या वो बच सकता है? अरे बड़ी बड़ी बातें रहने दे, तेरे ही भले की कह रहा हूं। अंगूठा लगा दे। नहीं हजूर, जमीन मैं नहीं बेचूंगा। क्या क्या कहा? नहीं बेचेगा? नहीं। अरे मेरा कहा न मानकर अपने ही हाथों अपना सत्यानाश करने पर क्यों तुला हुआ है? जमीन चले जाने पर ही तो किसान का सत्यानाश हो जाता है हजूर, और फिर उस जमीन पर तो हमारा 7 पीढ़ी पुराना मकान है। नहीं हजूर, जमीन तो मैं किसी हालत में नहीं बेच सकता। ये मजाल, इतनी जुर्रत? अच्छा तो कल तक मेरी सारी रकम मैं सूद के चुका जाओ। कल तक? 4 दिन तो दीजिए सरकार। काफी मोहलत दे चुका हूं, तुम लोग शराफत से पेश आने के काबिल ही नहीं। दीजिए, मेहरबानी कीजिए सरकार। ये मेरा आखिरी फैसला है, निकल जाओ यहाँ से। सरकार दया कीजिए, सरकार सरकार सरकार। ਲਗਾਨ ਦੀ ਰਕਮ ਅਦਾ ਕਰਨ ਲਈ ਪਿੰਡ ਦੇ ਜਾਂ ਆਪਣੇ ਆਲੇ ਦੁਆਲੇ ਵਿੱਚ ਜੋ ਵੀ ਸ਼ਾਹੂਕਾਰ ਸੀ ਉਸ ਤੋਂ ਕਰਜ਼ਾ ਲੈਣਾ ਪੈਂਦਾ ਸੀ ਤੇ ਇਸ ਦੇ ਬਦਲੇ ਉਸ ਪਾਸ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਸਨ। ਸੋ ਇਸ ਲਈ ਇਹ ਰਈਅਤਵਾੜੀ ਪ੍ਰਬੰਧ ਦਾ ਇੱਕ ਵੱਡਾ ਦੋਸ਼ ਸੀ ਕਿ ਇੱਕ ਨਿਸ਼ਚਿਤ ਸਮੇਂ 'ਤੇ ਇਹ ਰਕਮ ਅਦਾ ਕਰਨ ਲਈ ਬੜੇ ਤਦੱਦਦ ਕਰਨੇ ਪੈਂਦੇ ਸੀ, ਬੜੀ ਮਿਹਨਤ ਕਰਨੀ ਪੈਂਦੀ ਸੀ ਤੇ ਕਈ ਵਾਰੀ ਜ਼ਮੀਨਾਂ ਗਹਿਣੇ ਰੱਖ ਕੇ ਕਰਜ਼ਾ ਅਦਾ ਕੀਤਾ ਜਾਂਦਾ ਸੀ। ਸੋ ਉਸ ਤੋਂ ਅਗਲਾ ਜੋ ਪ੍ਰਬੰਧ ਹੈ ਉਹ ਹੈ ਮਹਿਲਬਾੜੀ ਪ੍ਰਬੰਧ। ਸੋ ਬੱਚਿਓ, ਕੁਛ ਰਈਅਤਵਾੜੀ ਪ੍ਰਬੰਧ ਦੇ ਵਿੱਚ ਦੋਸ਼ ਸੀ, ਕੁਛ ਖਾਮੀਆਂ ਸੀ, ਕੁਛ ਕਮੀਆਂ ਸੀ। ਉਹਨਾਂ ਨੂੰ ਦੂਰ ਕਰਨ ਲਈ ਫਿਰ ਮਹਿਲਬਾੜੀ ਪ੍ਰਬੰਧ ਹੋਂਦ ਵਿੱਚ ਆਇਆ। ਇਹ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਵਿੱਚ ਇਹ ਲਾਗੂ ਕੀਤਾ ਗਿਆ। ਹੁਣ ਆਪਾਂ ਨੂੰ ਨਾਲ ਨਕਸ਼ੇ ਦਿਖਾਏ ਗਏ ਹਨ। ਇਹਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਉੱਪਰ ਦਿੱਤੇ ਨਕਸ਼ੇ ਵਿੱਚ ਸਾਨੂੰ ਉੱਤਰ ਪ੍ਰਦੇਸ਼ ਦਿਖਾਇਆ ਗਿਆ ਹੈ ਤੇ ਉਸ ਤੋਂ ਬਿਲਕੁਲ ਥੱਲੇ ਜੋ ਨਕਸ਼ਾ ਹੈ ਸਾਡਾ ਪੰਜਾਬ ਸਾਨੂੰ ਦਿਖਾਇਆ ਗਿਆ ਹੈ ਤੇ ਨਾਲ ਲੱਗਦੇ ਨਕਸ਼ੇ ਵਿੱਚ ਸਾਨੂੰ ਮੱਧ ਭਾਰਤ ਭਾਵ ਕਿ ਮੱਧ ਪ੍ਰਦੇਸ਼ ਸੰਬੰਧੀ ਦਰਸਾਇਆ ਗਿਆ ਹੈ ਕਿ ਇਹਨਾਂ ਦੀ ਭਾਰਤ ਵਿੱਚ ਕਿੱਥੇ ਸਥਿਤੀ ਹੈ। ਸੋ ਮਹਿਲਬਾੜੀ ਪ੍ਰਬੰਧਾਂ ਦੇ ਆਪਾਂ ਅੱਗੇ ਇਸ ਬਾਰੇ ਜਾਣੀਏ ਕਿ ਇਸ ਦੇ ਵਿੱਚ ਹੁਣ ਕਿਵੇਂ ਦਾ ਪ੍ਰਬੰਧ ਕੀਤਾ ਗਿਆ। ਇਹ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ। ਇਹ ਪਹਿਲਾਂ ਜਿੱਥੇ ਰਈਅਤਵਾੜੀ ਜਾਂ ਸਥਾਈ ਬੰਦੋਬਸਤ ਵਿੱਚ ਜਾਂ ਇਜ਼ਾਰੇਦਾਰੀ ਵਿੱਚ ਕਿਸਾਨਾਂ ਦੇ ਕੋਲੋਂ ਲਗਾਨ ਉਗਰਾਇਆ ਜਾਂਦਾ ਸੀ, ਪਰ ਇਸ ਮਹਿਲਬਾੜੀ ਪ੍ਰਬੰਧ ਵਿੱਚ ਥੋੜ੍ਹਾ ਸੁਧਾਰ ਕੀਤਾ ਗਿਆ ਕਿ ਹੁਣ ਇਕੱਲੇ ਕਿਸਾਨਾਂ 'ਤੇ ਨਹੀਂ, ਸਮੁੱਚੇ ਭਾਈਚਾਰੇ 'ਤੇ ਇਸ ਦਾ ਪ੍ਰਬੰਧ ਕਰਨ ਲਈ ਨਿਸ਼ਚਿਤ ਕੀਤਾ ਗਿਆ ਤੇ ਭਾਈਚਾਰਾ ਆਪਸ ਵਿੱਚ ਸਰਕਾਰ ਨੂੰ ਲਗਾਨ ਅਦਾ ਕਰਦਾ ਸੀ। ਇਸ ਪ੍ਰਬੰਧ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਸਾਰੇ ਭਾਈਚਾਰੇ ਦੀ ਹੁੰਦੀ ਸੀ। ਇਹ ਪ੍ਰਬੰਧ ਲੰਬੇ ਸਮੇਂ ਲਈ ਕੀਤਾ ਜਾਂਦਾ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ ਪਹਿਲੇ ਦੋਨੋਂ ਸਥਾਈ ਅਤੇ ਰਈਅਤਵਾੜੀ ਪ੍ਰਬੰਧਾਂ ਦੇ ਗੁਣ ਸ਼ਾਮਿਲ ਸਨ। ਜਿੱਥੇ ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ, ਉੱਥੇ ਇਸ ਵਿੱਚ ਵੀ ਕੁਝ ਦੋਸ਼ ਸਨ, ਕੁਝ ਖਾਮੀਆਂ ਸਨ। ਜਿਨ੍ਹਾਂ ਵਿੱਚੋਂ ਮੁੱਖ ਦੋਸ਼ ਇਹ ਸੀ ਕਿ ਇਸ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ। ਇਸ ਲਈ ਉਪਜ ਦਾ ਕਾਫੀ ਹਿੱਸਾ ਲਗਾਨ ਵਿੱਚ ਹੀ ਚਲਿਆ ਜਾਂਦਾ ਸੀ। ਇਸ ਨਾਲ ਲੋਕਾਂ ਦੀ ਹਾਲਤ ਦਿਨ
ਪ੍ਰਤੀ ਦਿਨ ਮਾੜੀ ਹੁੰਦੀ ਗਈ। ਭਾਵ ਖੇਤੀ ਵਾਲੇ ਕਿਸਾਨ ਗਰੀਬ ਹੋਣ ਲੱਗ ਪਏ। कल ही चुका देना पड़ेगा बापू। कल ही? हाँ, नहीं तो अपनी जमीन नीलाम हो जाएगी। नीलाम? ये तो जुल्म है। इतनी सी जमीन का ही तो आसरा है। ये भी हाथ से निकल गई तो भूखों मरना पड़ेगा। आखिर तूने क्या सोचा है? कुछ सोचा ही नहीं जाता बापू, पर कुछ तो करना ही पड़ेगा। ले आया हूँ बापू। आ गया बेटा? हाँ। तू तो सब हिसाब सीखा है ना? हाँ। जरा सब जोड़ के बता तो। लिख, बीज के लिए धान 2 बरस का 20 रुपए, 20 रुपए। मामला 3 बरस का 12 रुपए, 2 छकड़े फूस 8-8 रुपए। जरा ठहर ठहर कर बोलो बापू, सब गड़बड़ हो अच्छा, जाती है। 8 और 8 हुए 16 और मिलाए 12 तो हुए 28। 28। हाँ। और नकद लिए थे 3 रुपए। ਹੁਣ ਖੇਤੀ ਜੋ ਹੈ ਆਪਣੇ ਗੁਜ਼ਾਰੇ ਜੋਗੀ ਵੀ ਕਰਨੀ ਮੁਸ਼ਕਲ ਹੋ ਗਈ ਸੀ। ਇਸ ਕਰਕੇ ਆਪਾਂ ਨੇ ਇਹਨਾਂ ਖੇਤੀਬਾੜੀ ਸੰਬੰਧੀ ਨੀਤੀਆਂ ਵਿੱਚ ਜਾਣਿਆ ਕਿ ਅੰਗਰੇਜ਼ਾਂ ਨੂੰ ਆਪਣੇ ਲਾਭ ਦੇ ਨਾਲ ਮਤਲਬ ਸੀ, ਕਿਸਾਨਾਂ ਦੇ ਜੀਵਨ ਦੇ ਨਾਲ ਜਾਂ ਪੇਂਡੂ ਸਮਾਜ ਦੇ ਜੀਵਨ ਨਾਲ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੀ। ਇਸ ਲਈ ਉਹਨਾਂ ਨੇ ਜਿਵੇਂ ਆਪਣਾ ਫਾਇਦਾ ਸੋਚਿਆ ਉਵੇਂ ਦੀਆਂ ਨੀਤੀਆਂ ਲਾਗੂ ਕੀਤੀਆਂ। ਆਪਾਂ ਨੇ ਦੇਖਿਆ ਸੀ ਸ਼ੁਰੂਆਤ ਦੇ ਵਿੱਚ, ਜਦੋਂ ਪਹਿਲੇ ਭਾਗ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਜਾਰੇਦਾਰੀ ਪ੍ਰਬੰਧ ਵੀ ਜ਼ਮੀਂਦਾਰਾਂ ਦੇ ਰਾਹੀਂ ਉਹ ਕਰਦੇ ਰਹੇ, ਸਥਾਈ ਬੰਦੋਬਸਤ ਵੀ ਉਹ ਜ਼ਮੀਂਦਾਰਾਂ ਦੇ ਰਾਹੀਂ ਕਰਦੇ ਰਹੇ। ਜ਼ਮੀਂਦਾਰ ਜਿਵੇਂ ਦਾ ਚਾਹੁੰਦਾ ਸੀ ਕਿਸਾਨਾਂ ਤੋਂ ਲਗਾਨ ਵਸੂਲਦਾ ਸੀ, ਤੇ ਅੱਗੋਂ ਜੋ ਸਰਕਾਰ ਨੇ ਨਿਯਤ ਕੀਤਾ ਲਗਾਨ ਸੀ ਉਹ ਸਰਕਾਰ ਨੂੰ ਅਦਾ ਕਰ ਦਿੱਤਾ ਜਾਂਦਾ ਸੀ। ਪਰ ਸਰਕਾਰ ਨੇ ਇਸ ਵਿੱਚ ਥੋੜ੍ਹਾ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਇਹ ਲਗਾਨ ਦੀ ਰਕਮ ਸਿੱਧਾ ਕਿਸਾਨਾਂ ਤੋਂ ਲੈ ਲਈ ਜਾਵੇ, ਵਿੱਚੋਂ ਜ਼ਮੀਂਦਾਰ ਕੱਢ ਦਿੱਤੇ ਜਾਣ। ਸੋ ਕਿਸਾਨਾਂ ਨੂੰ ਮਾਲਕ ਬਣਾ ਕੇ ਇਹ ਪ੍ਰਬੰਧ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਵਿੱਚ ਵੀ ਕੁਝ ਦੋਸ਼ ਪਾਏ ਗਏ ਤੇ ਇਸ ਪ੍ਰਬੰਧ ਨੂੰ ਫਿਰ ਮਹਿਲਵਾੜੀ ਪ੍ਰਬੰਧ ਰਾਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਵਿੱਚ ਵੀ ਸਮੁੱਚੇ ਭਾਈਚਾਰੇ ਨੂੰ ਜਦੋਂ ਲਗਾਨ ਬਹੁਤ ਵੱਡੀ ਰਕਮ ਵਿੱਚ ਅਦਾ ਕਰਨਾ ਪੈਂਦਾ ਸੀ ਤਾਂ ਇਸ ਨਾਲ ਵੀ ਖੇਤੀਬਾੜੀ ਪਛੜਦੀ ਚਲੇ ਗਈ ਤੇ ਕਿਸਾਨ ਬਹੁਤ ਗਰੀਬ ਹੁੰਦੇ ਚਲੇ ਗਏ, ਜਿਸ ਨਾਲ ਕਿ ਜ਼ਮੀਨ ਵੀ ਗਹਿਣੇ ਰੱਖਣੀ ਪੈ ਰਹੀ ਸੀ। ਸੋ ਮਹਿਲਵਾੜੀ ਪ੍ਰਬੰਧ ਦਾ ਵੀ ਆਪਣਾ ਕੁਝ ਕਮੀਆਂ ਸੀਗੀਆਂ ਜਿਨ੍ਹਾਂ ਨੂੰ ਆਪਾਂ ਇੱਥੇ ਅੱਜ ਵਿਚਾਰ ਕੀਤਾ। ਤੇ ਹੁਣ ਬੱਚਿਓ ਆਪਾਂ ਜਾਣਦੇ ਹਾਂ ਕਿ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ ਕੀ ਪਿਆ। ਤਾਂ ਪ੍ਰਭਾਵ ਤਾਂ ਕੁਦਰਤੀ ਗੱਲ ਹੈ ਵੀ ਹਰੇਕ ਨੀਤੀਆਂ ਦਾ ਪੈਂਦਾ ਸੀ ਤੇ ਅਗਲੀ ਨੀਤੀ 'ਚ ਉਹ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਸੀ। ਤੇ ਇੱਥੇ ਆਪਾਂ ਹੁਣ ਸਮੁੱਚੇ ਰੂਪ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਪ੍ਰਚਲਿਤ ਕੀਤੀ ਗਈ ਲਗਾਨ ਵਿਵਸਥਾ ਕਾਰਨ ਕਿਸਾਨਾਂ ਉੱਤੇ ਜ਼ੁਲਮ ਹੋਣ ਲੱਗੇ, ਕਿਉਂਕਿ ਲਗਾਨ ਜੋ ਹੈ ਉਹ ਕਿਸਾਨਾਂ ਨੂੰ ਹੀ ਅਦਾ ਕਰਨਾ ਪੈਂਦਾ ਸੀ। ਸੋ ਇਸ ਲਗਾਨ ਦੀ ਚੱਕੀ ਵਿੱਚ ਪਿਸ ਵੀ ਕਿਸਾਨ ਹੀ ਰਿਹਾ ਸੀ, ਜਿਸ ਕਾਰਨ ਉਹਨਾਂ ਤੇ ਜ਼ੁਲਮ ਹੋਰ ਵਧਣ ਲੱਗੇ। ਜ਼ੁਲਮ ਤੋਂ ਭਾਵ ਇਹੀ ਹੈ ਕਿ ਉਹਨਾਂ ਨੂੰ ਖੇਤੀਬਾੜੀ ਵਿੱਚ ਹੋਰ ਮਿਹਨਤ ਕਰਨੀ ਪੈਂਦੀ ਸੀ, ਪਰ ਜਿੰਨੀ ਵੀ ਉਹ ਮਿਹਨਤ ਕਰਦੇ ਸੀ ਉਹ ਲਗਾਨ ਦੇ ਅੱਗੇ ਘੱਟ ਪੈ ਜਾਂਦੀ ਸੀ ਅਤੇ ਉਹਨਾਂ ਨੂੰ ਆਪਣੇ ਗੁਜ਼ਾਰੇ ਜੋਗਾ ਵੀ ਅਨਾਜ ਮੁਸ਼ਕਲ ਨਾਲ ਹੀ ਹਾਸਲ ਹੁੰਦਾ ਸੀ। ਜ਼ਮੀਂਦਾਰੀ ਖੇਤਰ ਵਿੱਚ ਜਿੱਥੇ ਸਥਾਈ ਜਾਂ ਅਸਥਾਈ ਬੰਦੋਬਸਤ ਲਾਗੂ ਕੀਤੇ ਗਏ, ਉੱਥੇ ਜ਼ਮੀਂਦਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ। ਚਾਹੇ ਲਗਾਨ ਸਿੱਧਾ ਸਰਕਾਰ ਉਗਰਾਉਂਦੀ ਸੀ ਕਿਸਾਨਾਂ ਪਾਸੋਂ ਤੇ ਚਾਹੇ ਜ਼ਮੀਂਦਾਰਾਂ ਦੇ ਰਾਹੀਂ ਲਗਾਨ ਇਕੱਠਾ ਕੀਤਾ ਜਾਂਦਾ ਸੀ, ਪਰ ਦੋਨਾਂ ਹਾਲਤਾਂ ਵਿੱਚ ਮਾੜੀ ਹਾਲਤ ਕਿਸਾਨ ਦੀ ਹੀ ਹੁੰਦੀ ਸੀ। ਸ਼ੋਸ਼ਣ ਕਿਸਾਨ ਦਾ ਹੀ ਹੁੰਦਾ ਸੀ, ਉਸ ਨੂੰ ਹੀ ਲੁੱਟਿਆ ਜਾਂਦਾ ਸੀ। ਉਹ ਸਰਕਾਰ ਨੂੰ ਲਗਾਨ ਦੀ ਨਿਸ਼ਚਿਤ ਰਕਮ ਦਿੰਦੇ ਸਨ ਅਤੇ ਭੂਮੀ ਦੇ ਮਾਲਕ ਬਣ ਗਏ ਸੀ। ਭਾਵੇਂ ਕਿ ਕਿਸਾਨਾਂ ਨੂੰ ਸਿੱਧੇ ਭੂਮੀ ਦੇ ਮਾਲਕ ਬਣਾਇਆ ਗਿਆ, ਪਰ ਲਗਾਨ ਫਿਰ ਵੀ ਅਦਾ ਕਰਨਾ ਪੈਂਦਾ ਸੀ। ਪਰੰਤੂ ਉਹ ਆਪਣੀ ਇੱਛਾ ਅਨੁਸਾਰ ਕਿਸਾਨਾਂ ਤੋਂ ਲਗਾਨ ਉਗਰਾਉਂਦੇ ਸਨ। ਸੋ ਪ੍ਰਬੰਧ ਹੀ ਇੱਦਾਂ ਕੀਤਾ ਗਿਆ ਸੀ ਕਿ ਲਗਾਨ ਜੋ ਹੈ ਉਹ ਅੰਗਰੇਜ਼ ਜਿਵੇਂ ਦਾ ਉਹ ਚਾਹੁੰਦੇ ਸੀ, ਜਿਵੇਂ ਦੀ ਉਹਨਾਂ ਦੀ ਇੱਛਾ ਹੁੰਦੀ ਸੀ, ਉਵੇਂ ਦਾ
ਉਗਰਾਉਂਦੇ ਸਨ, ਉਹਨਾਂ ਕੋ ਕਿਸਾਨਾਂ ਪਾਸੋਂ ਲੈਂਦੇ ਸਨ। ਸਰਕਾਰ ਜ਼ਮੀਂਦਾਰਾਂ ਨੂੰ ਕਿਸਾਨਾਂ ਅਤੇ ਕਾਸ਼ਤਕਾਰਾਂ ਉੱਤੇ ਅਤਿਆਚਾਰ ਕਰਨ ਤੋਂ ਨਹੀਂ ਰੋਕਦੀ ਸੀ, ਕਿਉਂਕਿ ਜ਼ਮੀਂਦਾਰਾਂ ਦੇ ਰਾਹੀਂ ਲਗਾਨ ਇਕੱਠਾ ਕੀਤਾ ਜਾਂਦਾ ਸੀ। ਸੋ ਸਰਕਾਰ ਜ਼ਮੀਂਦਾਰਾਂ ਨੂੰ ਇਹ ਖੁੱਲ੍ਹ ਦੇ ਦਿੰਦੀ ਸੀ ਕਿ ਉਹ ਕਿਸਾਨਾਂ ਨੂੰ ਜਿਵੇਂ ਮਰਜ਼ੀ ਲੁੱਟਣ ਜਾਂ ਉਹਨਾਂ ਦਾ ਸ਼ੋਸ਼ਣ ਕਰਨ ਜਾਂ ਉਹਨਾਂ 'ਤੇ ਜ਼ੁਲਮ ਕਰਨ। ਅੱਗੋਂ ਕਿਸਾਨ ਕਿਵੇਂ ਦਾ ਵਿਹਾਰ ਅੱਗੋਂ ਜ਼ਮੀਂਦਾਰ ਕਿਵੇਂ ਦਾ ਵਿਹਾਰ ਕਿਸਾਨਾਂ ਨਾਲ ਕਰਦੇ ਸੀ, ਇਸ ਦਾ ਸਰਕਾਰ ਨੂੰ ਕੋਈ ਲੈਣ ਦੇਣ ਨਹੀਂ ਸੀ। ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਲਗਾਨ ਦੇ ਨਾਲ ਮਤਲਬ ਸੀ ਕਿ ਸਾਡੇ ਖਜ਼ਾਨੇ ਦੇ ਵਿੱਚ ਲਗਾਨ ਦੀ ਰਕਮ ਜਮ੍ਹਾਂ ਹੁੰਦੀ ਰਹਿਣੀ ਚਾਹੀਦੀ ਹੈ। ਜ਼ਮੀਂਦਾਰ ਇਸ ਨੂੰ ਜਮ੍ਹਾਂ ਕਰਾਉਣ ਲਈ ਅੱਗੋਂ ਕਿਸਾਨਾਂ ਨਾਲ ਕਿਵੇਂ ਦਾ ਵਿਹਾਰ ਕਰਦਾ ਹੈ, ਇਸ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀ। ਤੇ ਜਿਹੜੇ ਖੇਤਰਾਂ ਵਿੱਚ ਰੈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਲਾਗੂ ਕੀਤੇ ਗਏ ਸਨ, ਉੱਥੇ ਜ਼ਮੀਂਦਾਰਾਂ ਦੀ ਥਾਂ ਸਰਕਾਰ ਆਪ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਪਹਿਲੇ ਦੋ ਪ੍ਰਬੰਧ ਇਜਾਰੇਦਾਰੀ ਅਤੇ ਸਥਾਈ ਬੰਦੋਬਸਤ, ਜ਼ਮੀਂਦਾਰਾਂ ਰਾਹੀਂ ਲਗਾਨ ਉਗਰਾਇਆ ਜਾਂਦਾ ਸੀ, ਪਰ ਸਰਕਾਰ ਨੇ ਹੁਣ ਕਈ ਜਗ੍ਹਾ 'ਤੇ ਰੈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਲਾਗੂ ਕੀਤੇ, ਜਿੱਥੇ ਉਹ ਜ਼ਮੀਂਦਾਰਾਂ ਨੂੰ ਵਿਚੋਲਾ ਨਹੀਂ ਰੱਖਦੀ ਸੀ, ਆਪ ਸਿੱਧਾ ਕਿਸਾਨਾਂ ਪਾਸੋਂ ਲਗਾਨ ਲਿਆ ਕਰਦੀ ਸੀ, ਟੈਕਸ ਲਿਆ ਕਰਦੀ ਸੀ ਜਾਂ ਭੂਮੀ ਕਰ ਲਿਆ ਕਰਦੀ ਸੀ। ਤੇ ਇਹਨਾਂ ਖੇਤਰਾਂ ਵਿੱਚ ਭੂਮੀ ਲਗਾਨ ਫਸਲ ਦੀ ਉਪਜ ਦਾ 1/3 ਤੋਂ 1/2 ਭਾਗ ਲਿਆ ਜਾਂਦਾ ਸੀ। ਭਾਵ ਕਿ ਜਿੱਥੇ ਫਸਲ ਜਿਵੇਂ ਦੀ ਹੁੰਦੀ ਹੈ, ਉਸ ਢੰਗ ਦੇ ਨਾਲ ਉੱਥੋਂ ਦਾ ਲਗਾਨ ਨਿਰਧਾਰਿਤ ਕੀਤਾ ਗਿਆ ਸੀ ਵੀ ਜਿੰਨੀ ਫਸਲ ਹੋਈ ਹੈ ਉਸ ਦਾ 1/3 ਭਾਗ ਜਾਂ 1/2 ਭਾਗ ਲਗਾਨ ਦੇ ਰੂਪ ਵਿੱਚ ਸਰਕਾਰ ਲੈ ਲਿਆ ਕਰੇਗੀ। ਲਗਾਨ ਦੀ ਦਰ ਹਰ ਸਾਲ ਵੱਧਦੀ ਜਾਂਦੀ ਸੀ, ਹਰੇਕ ਸਾਲ ਲਗਾਨ ਨੂੰ ਵਧਾ ਵੀ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇੱਕ ਆਰਥਿਕ ਬੋਝ ਦੇ ਥੱਲੇ ਕਿਸਾਨ ਦਬਦੇ ਹੀ ਚਲੇ ਗਏ। ਲਗਾਨ ਦੀ ਦਰ ਵਧਣ ਨਾਲ ਕਿਸਾਨ ਬਹੁਤ ਗਰੀਬ ਹੋ ਗਏ। ਜਿਵੇਂ ਜਿਵੇਂ ਟੈਕਸ ਵੱਧਦਾ ਜਾਂਦਾ ਹੈ, ਕਿਸਾਨਾਂ ਦੀ ਹਾਲਤ ਵੀ ਖਰਾਬ ਹੁੰਦੀ ਜਾਂਦੀ ਹੈ। ਸੋ ਇਸ ਲਈ ਕਿਸਾਨ ਗਰੀਬੀ ਵੱਲ ਹੋਰ ਧੱਸਦੇ ਚਲੇ ਗਏ, ਜਿਸ ਨਾਲ ਕਿ ਉਹਨਾਂ ਦਾ ਖੇਤੀ 'ਤੇ ਨਿਰਵਾਹ ਕਰਨਾ ਵੀ ਔਖਾ ਹੁੰਦਾ ਚਲਿਆ ਗਿਆ। ਇਸ ਤੋਂ ਇਲਾਵਾ ਜ਼ਮੀਨ ਦੇ ਨਿੱਜੀ ਸੰਪत्ति ਬਣ ਜਾਣ ਕਾਰਨ, ਜ਼ਮੀਨ ਆਪਣੀ ਹੋ ਜਾਣ ਕਾਰਨ ਜ਼ਮੀਨ ਦੀ ਹੌਲੀ ਹੌਲੀ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਹੁੰਦੀ ਗਈ। ਬੱਚਿਓ, ਆਪਾਂ ਦੇਖਦੇ ਹਾਂ ਕਿ ਜਿਵੇਂ ਇੱਕ ਪਰਿਵਾਰ ਦੇ ਵਿੱਚ 4 ਬੱਚੇ ਹਨ ਤਾਂ ਬਾਪ ਦੀ ਜੋ ਜਾਇਦਾਦ ਹੈ, ਜੋ ਜ਼ਮੀਨ ਹੈ, ਉਹ ਅੱਗੋਂ 4 ਭਾਗਾਂ ਵਿੱਚ ਵੰਡ ਹੋ ਜਾਂਦੀ ਹੈ। ਜਿਵੇਂ ਇੱਕ ਬਾਪ ਦੇ ਕੋਲੇ 100 ਖੇਤ ਹੋਵੇ ਤਾਂ ਹਰੇਕ ਬੱਚੇ ਦੇ ਹਿੱਸੇ 25-25 ਖੇਤ ਆ ਜਾਣਗੇ। ਇਸ ਤਰ੍ਹਾਂ ਇਹ ਭੂਮੀ ਵੰਡਦੀ ਘੱਟ ਹੁੰਦੀ ਚਲੀ ਗਈ। ਅੱਗੇ ਪਰਿਵਾਰਾਂ ਦੇ ਵਿੱਚ ਵੰਡ ਹੁੰਦੀ ਭੂਮੀ ਘਟਦੀ ਚਲੀ ਗਈ। ਅੰਗਰੇਜ਼ਾਂ ਦੁਆਰਾ ਪ੍ਰਚਲਿਤ ਲਗਾਨ ਵਿਵਸਥਾ ਅਨੁਸਾਰ ਕਿਸਾਨਾਂ ਨੂੰ ਨਿਸ਼ਚਿਤ ਮਿਤੀ ਉੱਤੇ ਲਗਾਨ ਦੀ ਨਿਸ਼ਚਿਤ ਕੀਤੀ ਗਈ ਰਕਮ ਨਗਦੀ ਦੇ ਰੂਪ ਵਿੱਚ ਹਰ ਸਾਲ ਜਮ੍ਹਾਂ ਕਰਾਉਣੀ ਪੈਂਦੀ ਸੀ। ਬੱਚਿਓ, ਜੋ ਵੀ ਲਗਾਨ ਦੀ ਰਕਮ ਹੋਇਆ ਕਰਦੀ ਸੀ, ਉਹ ਹਰੇਕ ਕਿਸਾਨ ਨੂੰ ਇੱਕ ਨਿਸ਼ਚਿਤ ਮਿਤੀ ਉੱਤੇ, ਭਾਵ ਇੱਕ ਤਰੀਕ ਦੱਸ ਦਿੱਤੀ ਜਾਂਦੀ ਸੀ ਕਿ ਇਸ ਤਰੀਕ ਤੋਂ ਪਹਿਲਾਂ ਆਪਣੀ ਲਗਾਨ ਦੀ ਰਕਮ ਨਕਦ ਰੂਪ ਵਿੱਚ ਜਮ੍ਹਾਂ ਕਰਵਾਉਣੀ ਹੈ। ਤਾਂ ਇਹ ਹਰ ਹਾਲ ਵਿੱਚ ਹਰੇਕ ਕਿਸਾਨਾਂ ਨੂੰ ਜ਼ਰੂਰੀ ਤੌਰ 'ਤੇ ਜਮ੍ਹਾਂ ਕਰਵਾਉਣੀ ਹੀ ਪੈਂਦੀ ਸੀ। ਇਸ ਲਈ ਇਹ ਲਗਾਨ ਦਾ ਬੋਝ ਬਹੁਤ ਜ਼ਿਆਦਾ ਹੋਣ ਕਰਕੇ ਕਿਸਾਨ ਇਸ ਦੇ ਭਾਰ ਵਿੱਚ ਹੀ ਦਬਦੇ ਚਲੇ ਗਏ ਅਤੇ ਉਹਨਾਂ ਨੂੰ ਸਾਰਾ ਸਾਲ ਲਗਾਨ ਜਮ੍ਹਾਂ ਕਰਾਉਣ ਦੀ ਹੀ ਚਿੰਤਾ ਲੱਗੀ ਰਹਿੰਦੀ ਸੀ। ਸੋ ਇਸ ਕਰਕੇ ਖੇਤੀ ਦਾ ਜੋ ਕੰਮ ਸੀ ਉਹ ਪਿੱਛੇ ਹੁੰਦਾ ਚਲਾ ਗਿਆ ਤੇ ਆਪਾਂ ਕਹਿ ਸਕਦੇ ਹਾਂ ਕਿਸਾਨ ਵੀ ਭੁੱਖਮਰੀ ਵਾਲੀ ਹਾਲਤ ਵਿੱਚ ਆਉਂਦੇ ਚਲੇ ਗਏ ਤੇ ਉਹਨਾਂ ਦਾ ਇਹ ਗਰੀਬੀ ਦਾ ਚੱਕਰ ਟੁੱਟ ਹੀ ਨਹੀਂ ਰਿਹਾ ਸੀ। ਪਿਆਰੇ ਵਿਦਿਆਰਥੀਓ, ਕਿਸੇ ਸਾਲ ਅਕਾਲ, ਹੜ੍ਹ ਜਾਂ ਸੋਕਾ ਪੈ ਜਾਣ ਕਰਕੇ ਅਤੇ ਹੋਰ ਕਾਰਨਾਂ ਕਰਕੇ ਫਸਲ ਨਸ਼ਟ ਹੋ ਜਾਣ ਦੇ
ਵੀ ਨਿਸ਼ਚਿਤ ਲਗਾਨ ਸਰਕਾਰੀ ਖਜ਼ਾਨੇ ਵਿੱਚ ਨਗਦ ਜਮ੍ਹਾਂ ਕਰਾਉਣਾ ਹੀ ਪੈਂਦਾ ਸੀ। ਭਾਵ ਸਰਕਾਰ ਨੂੰ ਕੋਈ ਮਤਲਬ ਨਹੀਂ ਸੀ ਕਿ ਫਸਲ ਵੱਧ ਹੋਈ ਹੈ ਕਿ ਘੱਟ ਹੋਈ ਹੈ, ਉਹਨਾਂ ਨੂੰ ਆਪਣੇ ਲਗਾਨ ਦੇ ਨਾਲ ਮਤਲਬ ਸੀ, ਜੋ ਕਿ ਕਿਸਾਨਾਂ ਨੂੰ ਹਰ ਹਾਲਤ ਵਿੱਚ ਜਮ੍ਹਾਂ ਕਰਾਉਣਾ ਹੀ ਪੈਂਦਾ ਸੀ। ਤੇ ਅਜਿਹੀ ਹਾਲਤ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਸ਼ਾਹੂਕਾਰਾਂ ਕੋਲ ਗਹਿਣੇ ਰੱਖ ਕੇ ਕਰਜ਼ਾ ਲੈਣਾ ਪੈਂਦਾ ਸੀ। ਇਹਨਾਂ ਸ਼ਾਹੂਕਾਰਾਂ ਦੇ ਕਰਜ਼ੇ ਦਾ ਵਿਆਜ ਬਹੁਤ ਜ਼ਿਆਦਾ ਹੋਣ ਕਰਕੇ ਇਹ ਮੋੜਨਾ ਔਖਾ ਹੋ ਜਾਂਦਾ ਸੀ, ਜਿਸ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਭਾਵ ਕਿ ਰਲਾ ਮਿਲਾ ਕੇ ਆਪਾਂ ਇਹੀ ਵੇਖਦੇ ਹਾਂ ਕਿ ਕਿਸਾਨਾਂ ਨੂੰ ਲਗਾਨ ਜਾਂ ਭੂਮੀ ਕਰ ਅਦਾ ਕਰਨਾ ਹੀ ਪੈਂਦਾ ਸੀ ਤੇ ਇਸ ਤੋਂ ਉਹ ਬਚ ਨਹੀਂ ਸਕਦੇ ਸਨ। ਤੇ ਅੰਗਰੇਜ਼ਾਂ ਨੂੰ ਸਿੱਧਾ ਜੋ ਕਿਸਾਨਾਂ ਤੋਂ ਜ਼ਰੂਰਤ ਸੀ, ਜੋ ਉਹਨਾਂ ਤੋਂ ਮੰਗ ਸੀ, ਉਹ ਉਹਨਾਂ ਤੋਂ ਭੂਮੀ ਕਰ ਦੀ ਸੀ। ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ਕਿ ਕਿਵੇਂ ਕਿਸਾਨ ਔਖੇ ਹੋ ਕੇ ਜਾਂ ਸੌਖੇ ਹੋ ਕੇ ਇਹ ਲਗਾਨ ਅਦਾ ਕਰਦੇ ਹਨ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਿਆ। ਉਹ ਹੋਰ ਗਰੀਬ ਹੁੰਦੇ ਚਲੇ ਗਏ, ਇੱਥੋਂ ਤੱਕ ਕਿ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਵੀ ਅਸਮਰੱਥ ਹੁੰਦੇ ਚਲੇ ਗਏ। ਸੋ ਇਸ ਤਰ੍ਹਾਂ ਬੱਚਿਓ ਆਪਾਂ ਦੇਖਿਆ ਕਿ ਇਸ ਭਾਗ ਦੇ ਵਿੱਚ ਆਪਾਂ ਹੁਣ ਤੱਕ ਦੇ ਭਾਗਾਂ ਜਿਹੜੇ 2 ਭਾਗ ਸਾਡੇ ਆਪਾਂ ਵਿਚਾਰੇ ਸੀ, ਉਹਦੇ 'ਚੋਂ ਪਹਿਲੇ ਭਾਗ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ, ਇਜਾਰੇਦਾਰੀ ਤੇ ਸਥਾਈ ਬੰਦੋਬਸਤ ਬਾਰੇ ਜਾਣਿਆ ਸੀ। ਤੇ ਅੱਜ ਦੇ ਭਾਗ ਵਿੱਚ ਆਪਾਂ ਨੇ ਰਈਅਤਵਾੜੀ ਪ੍ਰਬੰਧ, ਉਸ ਦੇ ਦੋਸ਼, ਮਹਿਲਵਾੜੀ ਪ੍ਰਬੰਧ ਤੇ ਉਸ ਦੇ ਦੋਸ਼ਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਇਸ ਦੇ ਨਾਲ ਹੀ ਆਪਾਂ ਨੇ ਇਹ ਜਾਣਿਆ ਕਿ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ ਕੀ ਰਿਹਾ। ਤੋ ਆਓ ਆਪਾਂ ਹੁਣ ਥੋੜ੍ਹਾ ਜਿਹਾ ਦੁਹਰਾ ਦੇ ਲਈ ਕੁਝ ਪ੍ਰਸ਼ਨਾਂ ਦੀ ਸਹਾਇਤਾ ਨਾਲ ਇਸ ਪਾਠ ਨੂੰ ਦੁਬਾਰਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਹੈ ਬਹੁ ਵਿਕਲਪੀ ਪ੍ਰਸ਼ਨ। ਪਹਿਲੇ ਨੰਬਰ ਤੇ ਹੈ ਸਾਡੇ ਕੋਲੇ ਰਈਅਤਵਾੜੀ ਪ੍ਰਬੰਧ ਲਾਗੂ ਕੀਤਾ ਗਿਆ। ਲਾਰਡ ਕਲਾਈਵ, ਫਿਰ ਵਾਰਨ ਹੇਸਟਿੰਗ, ਥਾਮਸ ਮੁਨਰੋ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦੇ ਵਿੱਚ ਜੋ ਸਹੀ ਉੱਤਰ ਹੈ ਉਹ ਈੜੀ ਹੈ, ਥਾਮਸ ਮੁਨਰੋ। ਫਿਰ ਦੂਜਾ ਪ੍ਰਸ਼ਨ ਹੈ ਰਈਅਤਵਾੜੀ ਪ੍ਰਬੰਧ ਅਨੁਸਾਰ ਇਹਨਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਇਹਦੇ ਵਿੱਚ ਜੋ ਸਹੀ ਉੱਤਰ ਹੈ ਉਹ ਸਾਡੇ ਕੋਲ ਐੜਾ ਹੈ, ਕਿਸਾਨਾਂ ਨੂੰ। ਫਿਰ ਹੈ ਸਾਡੇ ਕੋਲੇ ਰਈਅਤਵਾੜੀ ਪ੍ਰਬੰਧ ਵਿੱਚ ਸਰਕਾਰ ਸ਼ੋਸ਼ਣ ਕਰਦੀ ਸੀ, ਕਿਹਨਾਂ ਦਾ? ਇਹਦੇ ਵਿੱਚ ਸਾਡੇ ਕੋਲੇ ਹੈ ਉੱਤਰ ਈੜੀ, ਕਿਸਾਨਾਂ ਦਾ। ਫਿਰ ਸਾਡੇ ਕੋਲੇ ਪ੍ਰਸ਼ਨ ਹੈ ਮਹਿਲਵਾੜੀ ਪ੍ਰਬੰਧ ਕੀਤਾ ਜਾਂਦਾ ਸੀ। ਇਹਦੇ ਵਿੱਚ ਜੋ ਸਹੀ ਉੱਤਰ ਹੈ ਸਾਡਾ ਉਹ ਊੜਾ ਹੈ ਕਿ ਪਿੰਡ ਦੇ ਭਾਈਚਾਰੇ ਨਾਲ। ਫਿਰ ਪ੍ਰਸ਼ਨ 5 ਹੈ ਮਹਿਲਵਾੜੀ ਪ੍ਰਬੰਧ ਲਾਗੂ ਕੀਤਾ ਗਿਆ ਉੱਤਰ ਪ੍ਰਦੇਸ਼, ਮੱਧ ਭਾਰਤ, ਪੰਜਾਬ। ਇਹਦਾ ਸਹੀ ਉੱਤਰ ਸੱਸਾ ਹੈ, ਉਪਰੋਕਤ ਸਾਰੇ। ਮਹਿਲਵਾੜੀ ਪ੍ਰਬੰਧ ਲਾਗੂ ਕੀਤਾ ਜਾਂਦਾ ਸੀ ਲੰਬੇ ਸਮੇਂ ਲਈ, ਥੋੜ੍ਹੇ ਸਮੇਂ ਲਈ, ਸਾਰੀ ਉਮਰ ਲਈ, ਜਾਂ ਇਹਨਾਂ 'ਚੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਹੈ ਊੜਾ, ਲੰਬੇ ਸਮੇਂ ਲਈ। ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਲਈ ਇਹਨਾਂ ਤੋਂ ਕਰਜ਼ਾ ਲੈਣਾ ਪੈਂਦਾ ਸੀ, ਸਰਕਾਰ ਤੋਂ, ਸ਼ਾਹੂਕਾਰਾਂ ਤੋਂ, ਬੈਂਕਾਂ ਤੋਂ, ਜਾਂ ਇਹਨਾਂ ਤੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਹੈ ਐੜਾ, ਸ਼ਾਹੂਕਾਰਾਂ ਤੋਂ। ਫਿਰ ਪ੍ਰਸ਼ਨ 8 ਹੈ ਸਾਡੇ ਕੋਲੇ ਕਿਸਾਨਾਂ ਦੀਆਂ ਫਸਲਾਂ ਕਿਸੇ ਸਾਲ ਨਸ਼ਟ ਹੋ ਜਾਂਦੀਆਂ ਸਨ, ਅਕਾਲ ਪੈਣ ਨਾਲ, ਹੜ੍ਹਾਂ ਨਾਲ, ਸੋਕੇ ਨਾਲ, ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਸੋ ਇਸੇ ਤਰ੍ਹਾਂ ਬੱਚਿਓ ਆਪਾਂ ਖਾਲੀ ਥਾਵਾਂ ਰਾਹੀਂ ਇਸ ਪਾਠ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਰਈਅਤਵਾੜੀ ਪ੍ਰਬੰਧ ਅਨੁਸਾਰ ਡੈਸ਼ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਜਾਂਦਾ ਸੀ। ਤਾਂ ਸਹੀ ਉੱਤਰ ਹੈ ਕਿਸਾਨਾਂ ਨੂੰ। ਰਈਅਤਵਾੜੀ ਪ੍ਰਬੰਧ ਸਭ ਤੋਂ ਪਹਿਲਾਂ, ਫਿਰ ਖਾਲੀ ਥਾਂ ਹੈ, ਅਤੇ ਮੁੰਬਈ ਵਿੱਚ ਲਾਗੂ ਕੀਤਾ ਗਿਆ, ਮਦਰਾਸ। ਫਿਰ 3 ਨੰਬਰ ਤੇ ਹੈ ਰਈਅਤਵਾੜੀ ਪ੍ਰਬੰਧ ਅਨੁਸਾਰ ਭੂਮੀ ਲਗਾਨ ਦੀ ਰਕਮ ਹਰੇਕ 20 ਤੋਂ ਖਾਲੀ ਥਾਂ ਸਾਲਾਂ ਪਿੱਛੋਂ ਅਦਾ ਕੀਤੀ ਜਾਂਦੀ ਸੀ, 20 ਤੋਂ 30 ਸਾਲਾਂ ਪਿੱਛੋਂ। ਫਿਰ 4 ਨੰਬਰ ਤੇ ਹੈ ਸਾਡੇ ਕੋਲੇ ਰਈਅਤਵਾੜੀ ਪ੍ਰਬੰਧ ਵਿੱਚ ਸਰਕਾਰ ਕਿਸਾਨਾਂ ਦਾ ਡੈਸ਼ ਕਰਦੀ ਸੀ, ਸ਼ੋਸ਼ਣ।
ਸੋ ਇਸ ਤਰ੍ਹਾਂ ਸਾਡੇ ਕੋਲੇ ਹੁਣ 1 ਤੋਂ 15 ਸ਼ਬਦਾਂ ਵਾਲੇ ਉੱਤਰ ਅਸੀਂ ਦੇਣੇ ਹਨ। ਇਹਦੇ ਅਸੀਂ ਪ੍ਰਸ਼ਨ ਆਪ ਜੀ ਅੱਗੇ ਰੱਖ ਰਹੇ ਹਾਂ ਕਿ ਰਈਅਤਵਾੜੀ ਪ੍ਰਬੰਧ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ। ਤਾਂ ਇਸ ਦਾ ਸਹੀ ਉੱਤਰ ਹੈ ਕਿ 1820 ਈਸਵੀ ਵਿੱਚ ਥਾਮਸ ਮੁਨਰੋ ਨੇ। ਫਿਰ ਸਾਡੇ ਕੋਲ ਪ੍ਰਸ਼ਨ ਹੈ, ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਲਈ ਕੀ ਕਰਨਾ ਪੈਂਦਾ ਸੀ। ਤਾਂ ਇਹਦਾ ਉੱਤਰ ਹੈ, ਸ਼ਾਹੂਕਾਰਾਂ ਪਾਸੋਂ ਕਰਜ਼ਾ ਲੈਣਾ ਪੈਂਦਾ ਸੀ। ਫਿਰ ਪ੍ਰਸ਼ਨ ਨੰਬਰ 3 ਹੈ, ਮਹਿਲਬਾੜੀ ਪ੍ਰਬੰਧ ਵਿੱਚ ਕਿਹੜੇ 2 ਤਰ੍ਹਾਂ ਦੇ ਭੂਮੀ ਲਗਾਨ ਪ੍ਰਬੰਧਾਂ ਦੇ ਗੁਣਾਂ ਨੂੰ ਸ਼ਾਮਲ ਕੀਤਾ ਗਿਆ। ਤਾਂ ਇਸ ਵਿੱਚ ਸਾਡੇ ਕੋਲ ਜੋ ਉੱਤਰ ਹੈ, ਸਥਾਈ ਬੰਦੋਬਸਤ ਅਤੇ ਰਈਅਤਵਾੜੀ ਪ੍ਰਬੰਧ। ਪ੍ਰਸ਼ਨ ਨੰਬਰ 4, ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਕਮ ਕਿਹੜੇ ਰੂਪ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਸੀ। ਤਾਂ ਇਸ ਦਾ ਉੱਤਰ ਹੈ ਬੱਚਿਓ, ਨਕਦੀ ਦੇ ਰੂਪ ਵਿੱਚ। ਹੁਣ ਆਪਣੇ ਪਾਸ ਹੈ ਕਿ ਸਹੀ ਮਿਲਾਨ ਕਰੋ। ਊੜਾ ਭਾਗ ਦੇ ਵਿੱਚ ਥਾਮਸ ਮੁਨਰੋ, ਇਹਦਾ ਅਸੀਂ ਐੜੇ ਭਾਗ ਦੇ ਨਾਲ ਜਦੋਂ ਮਿਲਾਨ ਕਰਾਂਗੇ ਤਾਂ ਰਈਅਤਵਾੜੀ ਪ੍ਰਬੰਧ ਇਸ ਦਾ ਉੱਤਰ ਆਏਗਾ। ਮਹਿਲਬਾੜੀ ਪ੍ਰਬੰਧ, ਇਸ ਦਾ ਐੜੇ ਭਾਗ ਵਿੱਚੋਂ ਸਮੁੱਚੇ ਭਾਈਚਾਰੇ ਨਾਲ ਮਿਲਾਨ ਕੀਤਾ ਜਾਵੇਗਾ। ਜ਼ਮੀਂਦਾਰ, ਇਹਦਾ ਐੜੇ ਭਾਗ ਦੇ ਕਿਸਾਨਾਂ ਦਾ ਸ਼ੋਸ਼ਣ ਨਾਲ ਮਿਲਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੂਮੀ ਲਗਾਨ ਜੋ ਹੈ ਇਹ ਸਾਡੇ ਕੋਲੇ ਨਿਸ਼ਚਿਤ ਰਕਮ ਹੈ। ਫਿਰ ਹੜ੍ਹ ਹੈ ਤਾਂ ਇਸ ਦਾ ਅਸੀਂ ਮਿਲਾਨ ਕਰਾਂਗੇ ਫਸਲ ਨਸ਼ਟ ਹੋਣਾ। ਕਰ ਦਾ ਅਸੀਂ ਮਿਲਾਨ ਕਰਾਂਗੇ ਐੜੇ ਭਾਗ ਦੇ ਨਾਲ ਟੈਕਸ ਦੇ ਵਿੱਚ। ਸੋ ਇਸ ਤਰ੍ਹਾਂ ਸਾਡੇ ਕੋਲੇ ਜੋ ਅੱਗੇ ਹੈ ਉਹ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ ਆਪਾਂ ਨੇ। ਇਸ 'ਚ ਪਹਿਲਾ ਭਾਗ ਹੈ ਸਾਡੇ ਕੋਲ, ਕਿਸਾਨਾਂ ਤੋਂ ਕੋਈ ਵੀ ਲਗਾਨ ਨਹੀਂ ਲਿਆ ਜਾਂਦਾ ਸੀ। ਤਾਂ ਇਹ ਹੈ ਗਲਤ। ਰਈਅਤਵਾੜੀ ਪ੍ਰਬੰਧ ਦੀ ਸਥਾਪਨਾ ਥਾਮਸ ਮੁਨਰੋ ਨੇ ਕੀਤੀ ਸੀ। ਠੀਕ, ਜਾਂ ਇਹਨੂੰ ਸਹੀ ਕਵਾਂਗੇ ਆਪਾਂ। ਰਈਅਤਵਾੜੀ ਪ੍ਰਬੰਧ ਅਨੁਸਾਰ ਕਿਸਾਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ। ਸਹੀ। ਮਹਿਲਬਾੜੀ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ। ਇਹ ਵੀ ਸਹੀ ਹੈ। ਸਰਕਾਰ ਜ਼ਮੀਂਦਾਰਾਂ ਦਾ ਸ਼ੋਸ਼ਣ ਕਰਦੀ ਸੀ। ਗਲਤ। ਬੱਚਿਓ, ਇਹ ਕਿਸ ਦੀ ਤਸਵੀਰ ਹੈ। ਤਾਂ ਉੱਤਰ ਹੈ ਥਾਮਸ ਮੁਨਰੋ ਦੀ। ਭਾਰਤ ਦੇ ਦਿੱਤੇ ਗਏ ਨਕਸ਼ਿਆਂ ਵਿੱਚ ਭਰੇ ਪ੍ਰਾਂਤਾਂ ਦੇ ਨਾਮ ਲਿਖੋ। ਸਭ ਤੋਂ ਉੱਪਰ ਵਾਲੇ ਹਿੱਸੇ ਵਿੱਚ ਸਾਨੂੰ ਉੱਤਰ ਪ੍ਰਦੇਸ਼ ਦਰਸਾਇਆ ਗਿਆ ਹੈ। ਉਸ ਤੋਂ ਹੇਠਲੀ ਤਸਵੀਰ ਵਿੱਚ ਨਕਸ਼ੇ ਵਿੱਚ ਸਾਨੂੰ ਪੰਜਾਬ ਸਾਡਾ ਰਾਜ ਦਰਸਾਇਆ ਗਿਆ ਹੈ ਤੇ ਇਸੇ ਤਰ੍ਹਾਂ ਨਾਲ ਲੱਗਦੀ ਤਸਵੀਰ ਵਿੱਚ ਮੱਧ ਭਾਰਤ ਤੇ ਜੋ ਕਿ ਅੱਜ ਕੱਲ੍ਹ ਮੱਧ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਦਰਸਾਇਆ ਗਿਆ ਹੈ। ਇਹਨਾਂ ਤਿੰਨਾਂ ਰਾਜਾਂ ਵਿੱਚ ਮਹਿਲਬਾੜੀ ਪ੍ਰਬੰਧ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ। ਇਸ ਤਰ੍ਹਾਂ ਬੱਚਿਓ, ਆਪਾਂ ਨੇ ਆਪਣੇ ਅੱਜ ਦੇ ਇਸ ਪਾਠ ਵਿੱਚ ਅੰਗਰੇਜ਼ੀ ਸਾਮਰਾਜ ਸਮੇਂ ਹੋਈਆਂ ਆਰਥਿਕ ਤਬਦੀਲੀਆਂ ਵਿੱਚੋਂ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਸੰਬੰਧੀ ਜਾਣਿਆ ਕਿ ਖੇਤੀਬਾੜੀ ਵਿੱਚੋਂ ਆਰਥਿਕ ਲਾਭ ਲੈਣ ਲਈ ਉਹਨਾਂ ਨੇ ਭੂਮੀ ਲਗਾਨ ਪ੍ਰਣਾਲੀ ਸ਼ੁਰੂ ਕੀਤੀ ਤੇ ਇਸ ਵਿੱਚ ਸਭ ਤੋਂ ਪਹਿਲਾਂ ਠੇਕੇ ਤੇ ਭੂਮੀ ਦੇਣ ਜਾਂ ਇਜਾਰੇਦਾਰੀ ਪ੍ਰਬੰਧ ਕਾਇਮ ਕੀਤਾ। ਫਿਰ ਉਸ ਵਿੱਚ ਸੁਧਾਰ ਕਰਦਿਆਂ ਸਥਾਈ ਬੰਦੋਬਸਤ ਪ੍ਰਬੰਧ ਲਿਆਂਦਾ। ਉਸ ਦੇ ਵੀ ਕੁਝ ਦੋਸ਼ ਸਨ, ਉਹਨਾਂ ਨੂੰ ਦੂਰ ਕਰਨ ਲਈ ਰਈਅਤਵਾੜੀ ਪ੍ਰਬੰਧ ਹੋਂਦ ਵਿੱਚ ਆਇਆ ਤੇ ਰਈਅਤਵਾੜੀ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਅਪਣਾਉਣ ਲਈ, ਉਸ ਦੀਆਂ ਖਾਮੀਆਂ ਦੂਰ ਕਰਨ ਲਈ ਮਹਿਲਬਾੜੀ ਪ੍ਰਬੰਧ ਕਾਇਮ ਕੀਤਾ ਗਿਆ। ਤੇ ਇਸ ਤੋਂ ਬਾਅਦ ਆਪਾਂ ਨੇ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਪ੍ਰਭਾਵ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੀਤੀਆਂ ਨਾਲ ਖੇਤੀਬਾੜੀ ਵਿੱਚ ਕੋਈ ਸੁਧਾਰ ਨਹੀਂ ਆਇਆ, ਸਗੋਂ ਕਿਸਾਨਾਂ ਤੇ ਲਗਾਨ ਦਾ ਬੋਝ ਵੱਧਦਾ ਚਲਿਆ ਗਿਆ। ਇਸ ਤਰ੍ਹਾਂ ਇਹ ਨੀਤੀਆਂ ਅੰਗਰੇਜ਼ਾਂ ਲਈ ਲਾਹੇਵੰਦ ਸਨ ਪਰ ਕਿਸਾਨਾਂ ਲਈ ਇਹ ਬਹੁਤ ਮਾਰੂ ਨੀਤੀਆਂ ਸੀ। ਸੋ ਬੱਚਿਓ, ਆਓ ਆਪਾਂ ਆਪਣੇ ਇਸ ਪਾਠ ਦੀ ਸਮਾਪਤੀ ਕਰਦੇ ਹਾਂ ਤੇ ਅਗਲੇ ਸੈਸ਼ਨ ਵਿੱਚ ਆਪਾਂ ਫਿਰ ਮਿਲਾਂਗੇ। ਤਦ ਤੱਕ ਧੰਨਵਾਦ।